ਆਪਾਂ ਸਿਟੀ ਪੈਲਸ ਸਾਰਾ ਦੇਖ ਲਿਆ, ਜੋ ਜੋ ਆਪਣੀ ਟਿਕਟ 'ਚ ਸੀਗਾ ਇਨਕਲੂਡ, ਜੋ ਜੋ ਆਪਾਂ ਨੂੰ ਘੁੰਮਣ ਨੂੰ ਮਿਲਿਆ ਸੀ ਉਹ ਦੇਖ ਲਿਆ। ਕਾਫੀ ਮਿਊਜ਼ੀਅਮ ਸੀ, ਕਾਫੀ ਵਿੱਚ ਗੈਲਰੀਜ਼ ਬਣੀਆਂ ਹੋਈਆਂ ਸੀਗੀਆਂ, ਉਹ ਸਿਰਾ ਕੰਮ ਆ। ਅਤੇ ਬਾਈ ਅਤੇ ਮੈਂ ਨੇ ਫੋਟੋਆਂ ਬਹੁਤ ਕਰੀਆਂ ਨੇ, ਅਤੇ ਬਾਈ ਨੂੰ ਮੈਂ ਮਿਲ ਗਿਆ ਫੋਟੋ ਕਰਨ ਨੂੰ, ਬਾਈ ਮੈਨੂੰ ਮਿਲ ਗਿਆ ਫੋਟੋ ਕਰਨ ਨੂੰ, ਅਤੇ ਸੌਖਾ ਹੋ ਜਾਂਦਾ ਦੋ ਜਣਿਆਂ ਨਾਲ। ਅਤੇ ਹੁਣ ਦੇਖਦੇ ਹਾਂ ਇਸ ਤੋਂ ਅੱਗੇ ਚੱਲਦੇ ਹਾਂ ਬਾਹਰ, ਸਿਟੀ ਪੈਲਸ ਤੋਂ ਐਗਜ਼ਿਟ ਕਰਦੇ ਹਾਂ, ਫਿਰ ਇਸ ਤੋਂ ਅੱਗੇ ਦੇਖਦੇ ਹਾਂ ਕੀ ਹੈਗਾ ਘੁੰਮਣ ਨੂੰ। ਹੁਣ ਆਪਾਂ ਜਾ ਰਹੇ ਹਾਂ ਕਿਲ੍ਹੇ ਦੇਖਣ, ਜਿਹੜੇ ਇੱਥੇ 3 ਕਿਲ੍ਹੇ ਬਣੇ ਹੋਏ ਨੇ, ਜੈਗੜ੍ਹ ਫੋਰਟ, ਅੰਬਰ ਫੋਰਟ, ਉਹ ਸਾਰੇ ਕਿਲ੍ਹੇ ਦੇਖਣ ਜਾਂਦੇ ਹਾਂ। ਬਾਈ ਉਹਨਾਂ ਨਾਲ ਹੁਣ ਜਾ ਰਹੇ ਹਾਂ। ਅਤੇ ਆਹ ਬਾਈ ਜੀ ਗੱਡੀ 'ਚ ਬੈਠੇ ਸੀਗੇ, ਇਹ ਥੱਕੇ ਹੋਏ ਸੀਗੇ, ਰੈਸਟ ਕਰ ਰਹੇ ਸੀ। ਅਤੇ ਆਹ ਬਾਈ ਮੇਰੇ ਨਾਲ ਘੁੰਮ ਕੇ ਆਏ ਨੇ ਸਿਟੀ ਪੈਲਸ। ਹੁਣ 3 ਜਣੇ ਇਕੱਠੇ ਘੁੰਮਾਂਗੇ ਕਿਲ੍ਹੇ, ਪਹੁੰਚਦੇ ਹਾਂ ਕਿਲ੍ਹੇ ਅੱਗੇ। ਆਪਾਂ ਉੱਪਰ ਪਹੁੰਚ ਗਏ। ਇਹ ਕਿਲ੍ਹੇ ਨੇ ਬਿਲਕੁਲ ਪਹਾੜੀ 'ਚ ਆ ਕੇ ਨੇ, ਪਹਾੜ ਨੇ ਆਲੇ ਦੁਆਲੇ, ਉਹ ਦੇਖੋ ਸਾਹਮਣੇ ਵੱਡੇ ਵੱਡੇ ਪਹਾੜ ਨੇ। ਆਪਾਂ ਪਹੁੰਚ ਗਏ ਅੰਬੇਰ ਫੋਰਟ। ਇੱਧਰ ਪਿਛਲੇ ਪਾਸੇ ਅੰਬੇਰ ਫੋਰਟ ਆ, ਇਸ ਦੇ ਅੰਦਰ ਜਾਵਾਂਗੇ ਅਤੇ ਘੁੰਮ ਕੇ ਆਵਾਂਗੇ। ਕਾਫੀ ਵੱਡਾ ਇਹ ਕਿਲ੍ਹਾ, ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋਵੋਗੇ, ਅਤੇ ਕਰਾਊਡ ਬਹੁਤ ਹੈ ਇੱਥੇ, ਭੀੜ ਬਹੁਤ ਹੈ, ਕਾਫੀ ਟੂਰਿਸਟ ਆਏ ਹੋਏ ਨੇ। ਇਹ ਮੈਨੂੰ ਲੱਗਦਾ ਜਿਹੜੇ ਇੱਥੇ ਦੂਜੇ ਕਿਲ੍ਹੇ ਨੇ ਉਹ ਕਿਲ੍ਹਿਆਂ ਨੂੰ ਸਾਰਿਆਂ ਤੋਂ ਵੱਡਾ ਕਿਲ੍ਹਾ। ਅਤੇ ਅੰਦਰ ਚੱਲਦੇ ਹਾਂ ਹੁਣ ਆਪਾਂ ਅੰਬੇਰ ਫੋਰਟ ਦੇ, ਘੁੰਮਦੇ ਹਾਂ ਅੰਬੇਰ ਫੋਰਟ। ਇਹ ਹੈ ਕਿਲ੍ਹੇ ਦਾ ਇੱਥੋਂ ਬਾਹਰਲਾ ਵਿਊ। ਹੁਣ ਆਪਾਂ ਨੀਚੇ ਖੜ੍ਹੇ ਹਾਂ, ਉੱਪਰ ਚੜ੍ਹਨਾ ਆਪਾਂ, ਉੱਚਾਈ 'ਤੇ ਇਹ ਕਿਲ੍ਹਾ। ਇੱਥੋਂ ਬਾਹਰਲਾ ਵਿਊ ਇਸ ਤਰ੍ਹਾਂ ਦਾ। ਅਮੇਰ ਮਹਿਲ ਨਾਮ ਹੈ ਇਸਦਾ। चलो ठीक है, उधर पार्किंग से मिलो और वो जीप वाले जो है ना, ਉਚਾਈ ਬਹੁਤ ਹੈ ਕਿਲ੍ਹੇ ਦੀ, ਇਹ ਦੇਖਣ ਨੂੰ ਬਹੁਤ ਖੂਬਸੂਰਤ ਲੱਗਿਆ ਮੈਨੂੰ, ਬਹੁਤ ਸੋਹਣਾ ਹੈ। ਤੁਸੀਂ ਫੋਟੋਆਂ ਖਿੱਚਣੀਆਂ ਦੇ ਸ਼ੌਂਕੀਨ ਹੋ, ਫੋਟੋਆਂ ਕਲਿੱਕ ਕਰਨ ਦੇ ਤਾਂ ਆ ਸਕਦੇ ਹੋ, ਘੁੰਮਣ ਲਈ ਵੀ ਬਹੁਤ ਵਧੀਆ। ਇੱਧਰ ਨਾਲੇ ਬਣੀ ਹੋਈ ਹੈ ਲੇਕ ਦਾ ਬਹੁਤ ਸੋਹਣਾ ਵਿਊ ਆ ਰਿਹਾ ਹੈ। ਅਤੇ ਇੱਥੋਂ ਬਾਹਰ ਜਦੋਂ ਆਪਾਂ ਐਂਟਰੀ ਕਰਦੇ ਹਾਂ, ਜੀਪ ਮਤਲਬ ਜੀਪ 'ਚ ਜਾਣ ਨੂੰ ਕਹਿਣਗੇ ਤੁਹਾਨੂੰ, ਵੀ ਜੇ ਤੁਸੀਂ ਜੀਪ 'ਚ ਜਾਣਾ, ਪਰ ਮੇਰੇ ਹਿਸਾਬ ਨਾਲ ਤੁਸੀਂ ਪੈਦਲ ਜਾਓ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਘੁੰਮਣ ਤਾਂ ਆਏ ਆਪਾਂ, ਪੈਦਲ ਘੁੰਮੋ ਜ਼ਿਆਦਾ ਵਧੀਆ। ਆਪਾਂ ਚੱਲ ਕੇ ਘੁੰਮਾਂਗੇ, ਪੈਦਲ ਤੁਰ ਫਿਰ ਕੇ। ਇਸ ਕਿਲ੍ਹੇ ਦੇ ਨਾ ਕਾਫੀ ਗੇਟ ਨੇ, ਜਿਵੇਂ 2 ਗੇਟ ਤਾਂ ਆਪਾਂ ਪਹਿਲਾਂ ਲੰਘ ਕੇ ਆ ਗਏ, ਅਤੇ ਜਿਵੇਂ ਹੁਣ ਆਹ ਸਾਹਮਣੇ ਫਿਰ ਐਂਟਰ ਕਰ ਰਹੇ ਹਾਂ, ਇੱਕ ਆਹ ਗੇਟ ਆ ਗਿਆ, ਅਤੇ ਇਸ ਤੋਂ ਅੱਗੇ ਇੱਕ ਉਹ ਸਾਹਮਣੇ ਹੋਰ ਗੇਟ ਹੈ, ਉੱਥੋਂ ਜਾ ਕੇ ਫਿਰ ਉੱਪਰ ਨੂੰ ਪੌੜੀਆਂ ਜਾਣਗੀਆਂ। ਇਹ ਸੇਫਟੀ ਕਰਕੇ ਰੱਖਦੇ ਹੁੰਦੇ ਸੀ ਰਾਜੇ, ਤਾਂ ਕਿ ਕਿਲ੍ਹੇ ਦੀ ਸੇਫਟੀ ਹੋਵੇ, ਕਾਫੀ ਗੇਟ ਹੋਣ, ਜੇ ਕੋਈ ਕਿਲ੍ਹੇ 'ਚ ਮਤਲਬ ਵੜਨ ਦੀ ਕੋਸ਼ਿਸ਼ ਕਰੇ ਤਾਂ ਉਹ ਆਸਾਨੀ ਨਾਲ ਅੰਦਰ ਨਾ ਸਕੇ। ਦੇਖੋ ਆਹ ਕੋਈ ਗੇਟ ਇੱਕ ਹੋਰ ਆ ਗਿਆ। ਇਸੇ ਤਰ੍ਹਾਂ ਕਰਕੇ ਕਾਫੀ ਗੇਟ ਨੇ ਐਂਟਰੀ 'ਤੇ ਇਸ ਜੀ 'ਤੇ। ਬਾਕੀ ਆਹ ਰਾਸਤਾ ਹੁਣ ਇੱਧਰਲਾ ਉੱਪਰ ਨੂੰ ਜਾਊਗਾ, ਇੱਥੋਂ ਉੱਪਰ ਚੜ੍ਹਾਂਗੇ ਹੁਣ ਆਪਾਂ। ਜਿਹੜੀਆਂ ਇਹਨਾਂ ਨੇ ਪੌੜੀਆਂ ਬਣਾਈਆਂ ਹੋਈਆਂ ਨੇ, ਜਿਵੇਂ ਆਹ ਪੌੜੀਆਂ ਜਿਨ੍ਹਾਂ 'ਤੇ ਹੁਣ ਆਪਾਂ ਜਾ ਰਹੇ ਹਾਂ, ਇਹ ਇੱਥੋਂ ਹੀ ਪੱਥਰ ਕੱਢ ਜਿਵੇਂ ਆਹ ਪੱਥਰ ਆ, ਇਹ ਪਹਾੜ ਨੇ ਨਾ ਜਿਹੜੇ, ਇਹ ਸਾਰੇ ਪੱਥਰ ਵਾਲੇ ਪਹਾੜ ਨੇ, ਇੱਥੋਂ ਹੀ ਪੱਥਰ ਕੱਢ ਕੇ ਬਣਾਈਆਂ ਹੋਈਆਂ ਨੇ ਇਹਨਾਂ ਨੇ। ਕਾਫੀ ਉੱਪਰ ਆ ਗਏ ਆਪਾਂ, ਇੱਥੋਂ ਕਿਲ੍ਹਾ ਨੇੜੇ ਲੱਗਣ ਲੱਗ ਗਿਆ। ਪਹੁੰਚ ਗਏ ਨੇੜੇ ਆਪਾਂ ਕਿਲ੍ਹੇ ਦੀ ਇਮਾਰਤ ਦੇ। ਜਿਵੇਂ ਜਿਵੇਂ ਨੇੜੇ ਜਾ ਰਹੇ ਹਾਂ ਉਵੇਂ ਉਵੇਂ ਸੋਹਣਾ ਲੱਗੀ ਜਾਂਦਾ। ਇਹ ਉੱਚੇ ਬਣਾਏ ਹੋਏ ਨੇ ਇਹਨਾਂ ਨੇ ਕਿਲ੍ਹੇ। ਉੱਚੇ ਕਿਲ੍ਹੇ ਤਾਂ ਬਣਾਉਂਦੇ ਹੁੰਦੇ ਸੀ ਆਪਦੀ ਸੇਫਟੀ ਵਾਸਤੇ, ਤਾਂ ਕਿ
ਕੋਈ ਹਮਲਾ ਹੋਵੇ ਤਾਂ ਜਿਹੜੇ ਹਮਲਾਵਰ ਨੇ ਉਹ ਛੇਤੀ ਇੱਥੇ ਤੱਕ ਨਾ ਪਹੁੰਚ ਸਕਣ। ਇਹ ਮੁੱਖ ਕਾਰਨ ਸੀ ਕਿਲ੍ਹੇ ਉੱਚੇ ਬਣਾਉਣ ਦਾ। ਆ ਗਿਆ ਕਿਲ੍ਹੇ ਦਾ ਮੇਨ ਗੇਟ, ਇੱਥੋਂ ਐਂਟਰੀ ਕਰਦੇ ਹਾਂ। ਆਪਾਂ ਕਿਲ੍ਹੇ ਦੇ ਬਿਲਕੁਲ ਉੱਪਰ ਆ ਗਏ। ਆ ਜਿਹੜਾ ਹੁਣ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ, ਇਹ ਉੱਪਰਲਾ ਗੇਟ ਆ ਕਿਲ੍ਹੇ ਦਾ, ਲਾਸਟ ਵਾਲਾ ਗੇਟ ਆ। ਇਸ ਤੋਂ ਬਾਅਦ ਫਿਰ ਅੰਦਰ ਕਿਲ੍ਹੇ ਦੇ ਕਮਰੇ ਵਗੈਰਾ ਸ਼ੁਰੂ ਹੋ ਜਾਂਦੇ ਨੇ। ਹੁਣ ਅੰਦਰ ਐਂਟਰੀ ਕਰਾਂਗੇ, ਜਾ ਕੇ ਅੰਦਰ ਟਿਕਟ ਕਟਾਵਾਂਗੇ। ਸਾਹਮਣੇ ਉਹ ਸਾਰਾ ਵਿਹੜਾ ਕਿਲ੍ਹੇ ਦਾ, ਬਹੁਤ ਇਕੱਠ ਆ। ਸਾਰੀਆਂ ਥਾਵਾਂ ਨੂੰ, ਸਾਰੀ ਟੂਰਿਸਟ ਪਲੇਸਿਸ ਨੂੰ, ਰਾਜਸਥਾਨ ਦੀਆਂ ਨੂੰ, ਇੱਥੇ ਸਭ ਤੋਂ ਵੱਧ ਇਕੱਠ ਦੇਖਿਆ ਮੈਨੂੰ। ਦੇਖੋ ਤੁਸੀਂ ਕਿੰਨਾ ਕਰਾਊਡ ਆ, ਕਿੰਨੇ ਟੂਰਿਸਟ ਆਏ ਹੋਏ ਨੇ ਸਾਹਮਣੇ। ਆਪਾਂ ਆ ਗਏ ਅੰਦਰ ਕਿਲ੍ਹੇ ਦੇ, ਤੇ ਉਧਰੋਂ ਪਿੱਛੋਂ ਆਪਾਂ ਟਿਕਟ ਲੈਣੀ ਆ। ਉੱਥੇ ਟਿਕਟ ਕਾਊਂਟਰ ਬਣਿਆ ਹੋਇਆ, ਟਿਕਟ ਕਟਵਾ ਕੇ ਆਉਂਦੇ ਆ। ਦੇਖਦੇ ਆ ਉਰੇ ਕਿੰਨੀ ਰਹਿੰਦੀ ਆ ਸਟੂਡੈਂਟ ਲਈ ਟਿਕਟ। ਤੇ ਆਈ ਕਾਰਡ ਮੇਰੇ ਹੱਥ 'ਚ ਹੈ ਤੇ ਪੈਸੇ ਆਪਾਂ ਕੱਢ ਲਏ। ਟਿਕਟ ਕਾਊਂਟਰ 'ਤੇ ਚੱਲਦੇ ਆ, ਟਿਕਟ ਕਟਵਾਉਂਦੇ ਆ। ਆਪਾਂ ਟਿਕਟ ਕਟਵਾ ਲਈ ਆਪਣੀ, ਪਰ ਇੱਥੇ ਆਪਣਾ ਆਈ ਕਾਰਡ ਚੱਲਿਆ ਨਹੀਂ। ਪਤਾ ਨਹੀਂ ਕੀ ਗੱਲ ਆ ਯਾਰ, ਬਾਕੀ ਸਾਰੇ ਕਿਤੇ ਤਾਂ ਚੱਲੇ। ਆਪਾਂ ਦੇਖਿਆ ਜਿਵੇਂ ਹਵਾ ਮਹਿਲ, ਜੰਤਰ ਮੰਤਰ, ਇਹ ਕਹਿੰਦੇ ਪ੍ਰਾਈਵੇਟ ਆ, ਤੇਰਾ ਪ੍ਰਾਈਵੇਟ ਵਾਲਾ ਚੱਲਦਾ ਨਹੀਂ, ਰੈਗੂਲਰ ਚਾਹੀਦਾ। ਚਲੋ ਮੈਂ ਕਿਹਾ ਕੋਈ ਗੱਲ ਨਹੀਂ। ਤੇ ਹੁਣ ਇਹ ਘੁੰਮਦੇ ਆਪਾਂ ਅੰਬਰ ਫੋਰਟ, ਤੇ ਇਸ ਦੇ ਉੱਪਰਲੇ ਪਾਸੇ ਹੈਗਾ ਜੈਗੜ ਫੋਰਟ, ਉੱਥੇ ਵੀ ਆਪਾਂ ਜਾਵਾਂਗੇ। ਜਿਹੜਾ ਉੱਪਰ ਦਿਖ ਰਿਹਾ ਇਹ ਨਾ, ਇਸ ਕਿਲ੍ਹੇ ਦੇ ਆਲੇ ਦੁਆਲੇ ਮਤਲਬ ਚਾਰ ਦੀਵਾਰੀ ਕਰੀ ਹੋਈ ਆ। ਉਹ ਪਿੱਛੋਂ ਦੀ ਇੱਕ ਕੰਧ ਜਾਂਦੀ ਆ ਕਿਲ੍ਹੇ ਦੀ ਪ੍ਰੋਟੈਕਸ਼ਨ ਵਾਸਤੇ, ਕਿੱਦਾਂ ਕਿ ਜਿਹੜੇ ਹਮਲਾ ਕਰਨ ਵਾਲੇ ਨੇ, ਹਮਲਾਵਰ ਨਾ ਪਹੁੰਚ ਸਕਣ, ਮਤਲਬ ਕਿਲ੍ਹੇ ਦੀ ਪ੍ਰੋਟੈਕਸ਼ਨ ਹੋ ਸਕੇ। ਉਹਦੇ ਕਰਕੇ ਕਿਲ੍ਹੇ ਦੇ ਆਲੇ ਦੁਆਲੇ ਚਾਰ ਦੀਵਾਰੀ ਕਰੀ ਹੋਈ ਆ। ਤੇ ਚੱਲਦੇ ਹਾਂ, ਘੁੰਮਦੇ ਆਪਾਂ ਕਿਲ੍ਹਾ ਅੰਬੇਰ ਫੋਰਟ। ਜੈਪੁਰ 'ਚ 3 ਕਿਲ੍ਹੇ ਬਣੇ ਹੋਏ ਨੇ। ਇੱਧਰ ਜਿਹੜੀ ਉੱਪਰ ਸਾਹਮਣੇ ਉਹ ਪਹਾੜੀਆਂ ਨੇ ਉੱਚੀਆਂ ਉੱਚੀਆਂ ਨਾ, ਉਹਨਾਂ 'ਤੇ ਕਿਲ੍ਹੇ ਨੇ। ਇਹ ਕਿਲ੍ਹਾ ਸਭ ਤੋਂ ਥੱਲੇ ਆ, ਨੀਚੇ ਆ ਜਿੱਥੇ ਆਪਾਂ ਹੁਣ ਖੜ੍ਹੇ ਆ। ਇੱਕ ਹੈਗਾ ਇੱਥੇ ਜੈਗੜ੍ਹ ਫੋਰਟ, ਨਾਹਰਗੜ੍ਹ ਫੋਰਟ ਤੇ ਅੰਬੇਰ ਫੋਰਟ। ਜਿਹੜਾ ਤੁਸੀਂ ਸਾਹਮਣੇ ਪਿੰਡ ਦੇਖ ਰਹੇ ਹੋ, ਘਰ ਦੇਖ ਰਹੇ ਹੋ, ਇਹ ਅੰਬੇਰ ਪਿੰਡ ਹੈ, ਤਾਂ ਹੀ ਇਸ ਕਿਲ੍ਹੇ ਦਾ ਨਾਮ ਅੰਬੇਰ ਫੋਰਟ ਪਿਆ। ਬਾਕੀ ਜਿਹੜਾ ਨਾਹਰਗੜ੍ਹ ਫੋਰਟ ਆ, ਉਹ ਇੱਥੋਂ ਦਾ ਸਭ ਤੋਂ ਉੱਚਾ ਕਿਲ੍ਹਾ, ਉਹ ਉੱਪਰਲੇ ਪਾਸੇ ਬਣਿਆ ਹੋਇਆ। ਜਾ ਕੇ ਚੱਲਦੇ ਹਾਂ ਉੱਪਰ, ਚੱਲਦੇ ਹਾਂ ਕਿਲ੍ਹੇ ਦੇ। ਹੁਣ ਆਪਾਂ ਪੌੜੀਆਂ ਚੜ੍ਹ ਕੇ ਆਪਾਂ ਨੂੰ ਆ ਜਾਣਾ ਪਊ। ਰਾਸਤਾ ਬਣਿਆ ਹੋਇਆ ਇੱਥੋਂ ਦੀ। ਕਰਾਊਡ ਬਹੁਤ ਅੱਜ ਇੱਥੇ, ਬਹੁਤ ਸਾਰੇ ਲੋਕ ਘੁੰਮਣ ਆਏ ਹੋਏ ਨੇ। ਅੰਦਰ ਪਹੁੰਚ ਗਏ ਆਪਾਂ ਬਿਲਕੁਲ ਕਿਲ੍ਹੇ ਦੇ। ਜਿਹੜਾ ਸਾਹਮਣੇ ਤੋਂ ਆਪਾਂ ਨੂੰ ਵਿਊ ਦਿਖ ਰਿਹਾ ਸੀਗਾ, ਸਾਹਮਣੇ ਤੋਂ ਕਿਲ੍ਹੇ ਦੀ ਫਰੰਟ ਸਾਈਡ ਦਿਖ ਰਹੀ ਸੀ, ਉਹਦੇ ਆਪਾਂ ਪਿੱਛੇ ਆ। ਹੁਣ ਉੱਪਰ ਆ ਗਏ, ਮੈਂ ਦਿਖਾਉਣਾ ਤੁਹਾਨੂੰ। ਪਹਿਲਾਂ ਆਪਾਂ ਇੱਧਰੋਂ ਐਂਟਰੀ ਕਰੀ ਸੀ, ਆ ਥੱਲੋਂ ਐਂਟਰੀ ਕਰੀ ਸੀ ਆਪਾਂ। ਉੱਧਰ ਕਟਵਾਈ ਸੀ ਟਿਕਟ, ਉਹ ਸੀਗਾ ਇਹਦਾ ਮੇਨ ਗੇਟ। ਸਾਹਮਣੇ ਰੋਡ ਸਾਹਮਣੇ ਰਹਿ ਗਈ। ਤੇ ਆਹ ਜਿਹੜਾ ਆਹ ਏਰੀਆ ਤੁਸੀਂ ਸਾਹਮਣੇ ਹੁਣ ਦੇਖ ਰਹੇ ਹੋ, ਇਹ ਰੋਡ ਤੋਂ ਇਹਦੀ ਫਰੰਟ ਸਾਈਡ ਦਿਖਦੀ ਸੀ। ਆ ਜਿਹੜਾ ਹਾਲ ਬਣਿਆ ਹੋਇਆ ਸਾਹਮਣੇ, ਇਹਦਾ ਨਾਮ ਹੈਗਾ ਦੀਵਾਨੀ ਹਾਲ ਆਫ ਪਬਲਿਕ। ਇਹ ਨਾਮ ਆ ਜਿਹੜਾ ਹਾਲ ਬਣਿਆ ਹੋਇਆ। ਉਹ ਸਮੇਂ ਦਾ ਜਦੋਂ ਇੱਥੇ ਰਾਜੇ ਰਹਿੰਦੇ ਹੁੰਦੇ ਸੀ, ਉਹ ਟਾਈਮ ਦਾ ਇਹ ਪੁਰਾਣਾ ਹਾਲ ਆ। ਇੱਥੋਂ ਬਾਹਰ ਦਾ ਵਿਊ ਸਾਰਾ ਦਿਖਦਾ ਹੈ। ਆ ਦੇਖੋ,
ਆ ਇਧਰੋਂ ਸਾਰਾ ਸ਼ਹਿਰ ਦਿਖਦਾ ਦੂਰ ਦੂਰ ਤੱਕ। ਜਿਹੜਾ ਅੰਬੇਰ ਕਿਲ੍ਹਾ ਹੈ, ਜਿਸ ਕਿਲ੍ਹੇ 'ਚ ਆਪਾਂ ਹੁਣ ਖੜ੍ਹੇ ਹਾਂ, ਇਹ ਕਿਲ੍ਹਾ ਅੱਜ ਤੋਂ 400 ਸਾਲ ਪੁਰਾਣਾ। ਇਹ ਰਾਜਾ ਮਾਨ ਸਿੰਘ ਨੇ ਬਣਵਾਇਆ ਸੀਗਾ ਅੱਜ ਤੋਂ 400 ਸਾਲ ਪਹਿਲਾਂ। ਅਤੇ ਜਿਹੜੇ ਕਿਲ੍ਹੇ 'ਚ ਆਪਾਂ ਇਸ ਤੋਂ ਬਾਅਦ ਜਾਣਾ ਹੈ, ਜੈਗੜ੍ਹ ਫੋਰਟ 'ਚ, ਉਹ ਕਿਲ੍ਹਾ 1000 ਸਾਲ ਪੁਰਾਣਾ, ਇਸ ਤੋਂ ਵੀ ਜ਼ਿਆਦਾ ਪੁਰਾਣਾ ਉਹ ਕਿਲ੍ਹਾ ਵੀ ਤੁਹਾਨੂੰ ਦਿਖਾਵਾਂਗੇ, ਇਸ ਤੋਂ ਬਾਅਦ ਦਿਖਾਵਾਂਗੇ ਆਪਾਂ। ਠੀਕ ਹੈ, ਇਸ ਤਰ੍ਹਾਂ ਦਾ ਵਿਊ ਆਉਂਦਾ ਇੱਥੋਂ। ਆ ਸਾਹਮਣੇ ਕਿਲ੍ਹੇ ਦੀ ਮੇਨ ਬਿਲਡਿੰਗ ਬਣੀ ਹੋਈ ਹੈ। ਅੰਦਰ ਚੱਲਦੇ ਹਾਂ, ਅੰਦਰ ਦੇਖਦੇ ਹਾਂ ਕੀ ਹੈਗਾ ਕਿਲ੍ਹੇ ਦੇ। ਆ ਦੇਖੋ ਕਿੰਨੇ ਸੋਹਣੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ, ਜਿਵੇਂ ਉੱਥੇ ਗਣੇਸ਼ ਜੀ ਦੀ ਮੂਰਤੀ ਬਣਾਈ ਹੋਈ ਆ। ਬਾਕੀ ਇਹਨਾਂ ਨੇ ਆਹ ਫੁੱਲ ਵਗੈਰਾ ਬਣਾ ਕੇ ਸੋਹਣੀ ਕਲਾ ਬਣਾਈ ਹੋਈ ਆ। ਜਿਵੇਂ ਆਪਾਂ ਹੁਣ ਆਪਣੇ POP ਕਰਦੇ ਨੇ ਕਮਰਿਆਂ 'ਚ, ਉਸੇ ਤਰ੍ਹਾਂ ਇਹਨਾਂ ਨੇ ਡਿਜ਼ਾਈਨ ਬਣਾਏ ਹੋਏ ਨੇ। ਜਿਵੇਂ ਆਪਣਾ ਉਹ ਪੱਟੀ ਨਾਲ, ਚਿੱਟੇ ਸਮੈਂਟ ਨਾਲ ਕਰਦੇ ਨਾ ਆਪਣੇ ਕਮਰਿਆਂ 'ਚ, ਅਤੇ ਇਹਨਾਂ ਨੇ ਉਹ ਟਾਈਮ 'ਚ ਆਪਦਾ ਡਿਜ਼ਾਈਨ ਬਣਾਇਆ ਹੋਇਆ। ਅਤੇ ਉੱਪਰ ਜਿਵੇਂ ਆਪਾਂ ਫੈਨ ਅਤੇ ਪੱਖੇ 'ਤੇ ਬਣਾ ਦਿੰਦੇ ਹੁੰਦੇ ਹਾਂ ਫੁੱਲ POP ਨਾਲ, ਉਸ ਤਰ੍ਹਾਂ ਬਣਾਇਆ ਹੋਇਆ। ਛੋਟੀਆਂ ਛੋਟੀਆਂ ਖਿੜਕੀਆਂ ਮੂਰੀਆਂ ਰੱਖੀਆਂ ਹੋਈਆਂ ਨੇ ਇੱਥੋਂ ਚਾਨਣਾ ਪੈਣ ਨੂੰ, ਬਾਹਰ ਦੇਖਣ ਨੂੰ। ਆਹ ਦੇਖੋ ਇੱਥੇ ਕਿੰਨਾ ਸੋਹਣਾ ਬਣਾਇਆ ਹੋਇਆ। ਇਹਦਾ ਨਾਮ ਹੈ ਇੱਥੇ ਸੁਖ ਮੰਦਰ ਦੀਵਾਨੀ ਖਾਸ। ਇਹ ਜਿਹੜਾ ਹੁਣ ਸਾਹਮਣੇ ਤੁਸੀਂ ਆਹ ਦੇਖ ਰਹੇ ਹੋ, ਇਹਦਾ ਨਾਮ ਸੁਖ ਮੰਦਰ ਹੈ। ਇੱਧਰ ਵਿਚਕਾਰ ਬਣਿਆ ਹੋਇਆ ਪਾਰਕ, ਬਾਗ। ਉਹ ਸਮੇਂ 'ਚ ਵੀ ਇਹ ਬਾਗ ਹੁੰਦਾ ਹੋਊਗਾ, ਬਾਗ ਦੀ ਤਰ੍ਹਾਂ ਵਰਤਦੇ ਹੋਣਗੇ, ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਹਾਂ ਪੁਰਾਣੀਆਂ 'ਚ। ਇੱਥੇ ਆ ਕੇ ਪੂਰੀ ਫੀਲਿੰਗ ਆਉਂਦੀ ਆ ਫਿਲਮ ਵਾਲੀ, ਜਿਵੇਂ ਆਪਾਂ ਫਿਲਮਾਂ ਦੇਖਦੇ ਹਾਂ ਜਿਹੜੀਆਂ ਰਾਜਾ ਮਹਾਰਾਜਾ ਦੀਆਂ ਫਿਲਮਾਂ ਬਣਦੀਆਂ ਨੇ, ਉਹ ਸਾਰੀ ਫੀਲਿੰਗ ਆਉਂਦੀ ਆ। ਬਾਕੀ ਇੱਧਰ ਬਣਿਆ ਹੋਇਆ ਰਸਤਾ। ਆਹ ਹਰੇਕ ਕਿਲ੍ਹੇ 'ਚ, ਜਿਵੇਂ ਆਪਾਂ ਪਹਿਲਾਂ ਹਵਾ ਮਹਿਲ 'ਚ ਵੀ ਦੇਖੀਆਂ ਸੀ, ਛੋਟੀਆਂ ਛੋਟੀਆਂ ਮੋਰੀਆਂ ਰੱਖੀਆਂ ਹੋਈਆਂ ਨੇ ਅੰਦਰ ਚਾਨਣਾ ਪੈਣ ਨੂੰ। ਆ ਹੁਣ ਆਪਾਂ ਜਿੱਥੇ ਜਾ ਰਹੇ ਹਾਂ, ਐਂਟਰ ਕਰ ਰਹੇ ਹਾਂ, ਸਾਹਮਣੇ ਇਹਨਾਂ ਨੇ ਇੱਥੇ ਕੰਧਾਂ 'ਤੇ ਬਹੁਤ ਸੋਹਣੀ ਕਲਾ ਕੀਤੀ ਹੋਈ ਆ। ਇੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ, ਅਤੇ ਫੋਟੋਆਂ ਖਿੱਚਣ ਨੂੰ ਬਹੁਤ ਵਧੀਆ। ਬਾਕੀ ਅੱਖਾਂ ਨਾਲ ਵੀ, ਨੰਗੀ ਅੱਖ ਨਾਲ ਦੇਖਣ ਨੂੰ ਬਹੁਤ ਪਿਆਰਾ ਲੱਗਦਾ। ਦੇਖੋ ਤੁਸੀਂ ਜਿਵੇਂ ਦੇਖ ਸਕਦੇ ਹੋ,
ਜਿਵੇਂ ਆਪਾਂ ਪਹਿਲਾਂ ਵੀ ਦਿਖਾਇਆ ਤੁਹਾਨੂੰ ਮੈਂ ਸਾਰੇ ਹੀ ਕਿਲੇ ਦਾ ਸਾਰੀ ਸੋਹਣਾ ਵਿਊ ਆ ਬਣਾਇਆ ਹੋਇਆ, ਮਤਲਬ ਇੰਨੇ ਸਾਲ ਪੁਰਾਣਾ ਹੋਣ ਦੇ ਬਾਵਜੂਦ ਵੀ ਇਹ ਨਵਾਂ ਲੱਗ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਇਹ 400 ਸਾਲ ਪੁਰਾਣਾ ਕਿਲਾ ਹੈ ਨਾ, ਤਾਂ ਵੀ ਇਹ ਕਿਲਾ ਬਹੁਤ ਮਤਲਬ ਵਧੀਆ ਪਿਆ, ਬਹੁਤ ਸੋਹਣੀ ਹਾਲਤ ਪਈ ਹੈ ਇਹਦੀ। ਆਹ ਸ਼ੀਸ਼ੇ ਲੱਗੇ ਹੋਏ ਨੇ, ਆ ਕੰਧ ਤੇ ਛੋਟੇ ਛੋਟੇ ਸ਼ੀਸ਼ੇ ਨੇ, ਜਿਵੇਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ। ਉੱਪਰ ਨਾ ਛੱਤ ਤੇ ਵੀ ਇਹਨਾਂ ਨੇ ਡਿਜ਼ਾਈਨ ਬਣਾ ਕੇ ਉਸੇ ਤਰ੍ਹਾਂ ਦਾ ਜਿਹੋ ਜਿਹਾ ਕੰਧਾਂ ਦੇ ਡਿਜ਼ਾਈਨ ਹੈ, ਛੋਟੇ ਛੋਟੇ ਉਹਦੇ ਵਿੱਚ ਸ਼ੀਸ਼ੇ ਲਾਏ ਹੋਏ ਨੇ, ਬਹੁਤ ਸੋਹਣਾ ਲੱਗ ਰਿਹਾ। ਮੈਂ ਜਾ ਕੇ ਦਿਖਾਉਣਾ ਤੁਹਾਨੂੰ, ਕੰਧ ਤੇ ਉਹ ਸ਼ੀਸ਼ਾ ਲੱਗਿਆ ਹੋਇਆ, ਉਹ 'ਚ ਦੇਖੋ ਆਪਣੀ ਫੋਟੋ ਦਿਖਦੀ ਹੈ, ਬਹੁਤ ਸੋਹਣਾ ਲੱਗਦਾ। ਆਹ ਦੇਖੋ ਆ ਸਾਹਮਣੇ ਸ਼ੀਸ਼ਾ, ਆਹ ਦੇਖੋ ਆਪਣੀ ਫੋਟੋ ਦਿਖ ਰਹੀ ਹੈ। ਪੁਰਾਣੇ ਸ਼ੀਸ਼ੇ ਨੇ ਲੱਗੇ ਹੋਏ, ਕੋਈ ਮਤਲਬ ਇਸ ਤਰ੍ਹਾਂ ਨਹੀਂ ਹੈਗਾ ਕਿ ਨਵਾਂ ਬਣਾਇਆ ਹੈ ਨਾ, ਸਾਰਾ ਉਸ ਟਾਈਮ ਦਾ ਹੀ ਆ, 400 ਸਾਲ ਪੁਰਾਣਾ ਇਹ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ। ਹਾਂ ਬਾਈ ਆਏ ਹੋਏ ਨੇ, ਕਿੱਥੋਂ ਬਾਈ? ਯੂਪੀ ਤੋਂ ਕਹਿੰਦੇ ਸੀ, ਮੁਜ਼ੱਫਰਨਗਰ ਤੋਂ ਬਾਈ ਨੇ, ਇਹ ਵੀ ਘੁੰਮਣ ਆਏ ਹੋਏ ਨੇ। ਇੱਥੋਂ ਦਿਖਦਾ ਨੀਚੇ ਦਾ ਸਾਰਾ ਵਿਊ, ਉਹ ਦਿਖਾਉਂਦੇ ਆ ਜਾ ਕੇ ਤੁਹਾਨੂੰ। ਦੇਖੋ ਇੱਥੋਂ ਸਾਰਾ ਵਿਊ ਦਿਖਦਾ ਨੀਚੇ ਦਾ। ਉਹ ਸਾਹਮਣੇ ਇੱਕ ਪਾਰਕ ਬਣਿਆ ਹੋਇਆ, ਆਲੇ ਦੁਆਲੇ ਝੀਲ ਬਣਾਈ ਹੋਈ ਆ। ਉਹ ਕਿਲੇ ਦੇ ਹੋਰ ਉੱਪਰ ਆ ਗਏ, ਉਸ ਤੋਂ ਅਗਲੇ ਫਲੋਰ ਤੇ ਵੀ ਆ ਗਏ, ਇੱਥੋਂ ਉਸ ਤੋਂ ਵੀ ਘੈਂਟ ਵਿਊ ਦਿਖਦਾ। ਤੇ ਇੱਥੇ ਆ ਬਣੇ ਹੋਏ ਨੇ, ਪਿੱਛੇ ਇੱਕ ਗੁੰਮਦ ਦੀ ਤਰ੍ਹਾਂ ਬਣਿਆ ਹੋਇਆ, ਜਿਹੜਾ ਬਾਹਰੋਂ ਆਪਾਂ ਸਾਰਾ ਡਿਜ਼ਾਈਨ ਦੇਖ ਰਹੇ ਸੀਗੇ ਨੀਚੇ ਤੋਂ, ਉਹ ਇੱਥੋਂ ਆ ਕੇ ਪਤਾ ਲੱਗਦਾ ਨੇੜੇ ਆ ਕੇ। ਤੇ ਇੱਧਰੋਂ ਪਿੱਛੋਂ ਵੀ ਬਹੁਤ ਸੋਹਣਾ ਵਿਊ ਆਉਂਦਾ, ਇੱਥੋਂ ਖੜ੍ਹ ਕੇ ਥੱਲੇ ਦਾ ਸਾਰਾ ਘੈਂਟ ਨਜ਼ਾਰਾ ਦਿਖਦਾ। ਪਹਾੜ ਨੇ ਸਾਹਮਣੇ, ਜਿਹੜੀ ਉਹ ਝੀਲ ਆ ਉਹਨੇ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਕਰਤਾ ਨਜ਼ਾਰਾ ਸਾਰਾ। ਬਾਕੀ ਗਰਮੀ ਬਹੁਤ ਹੋ ਗਈ ਤੇ ਧੁੱਪਾ ਪੂਰੀ ਐਨ ਪੂਰਾ ਦਿਨ ਭਖਿਆ ਪਿਆ। ਅੱਗੇ ਚੱਲਦੇ ਹਾਂ, ਹੁਣ ਅੱਗੇ ਦੇਖਦੇ ਹਾਂ ਕੀ ਹੈ। ਹਾਂ ਇੱਥੇ ਕਮਰੇ ਬਣੇ ਹੋਏ ਨੇ, ਕਮਰਿਆਂ ਦੀ ਤਰ੍ਹਾਂ। ਉਸ ਸਮੇਂ 'ਚ ਸ਼ਾਇਦ ਮੈਨੂੰ ਲੱਗਦਾ ਇਹ ਕਮਰੇ ਬਣਾਏ ਹੋਣਗੇ ਇਹ ਰਹਿਣ ਵਾਸਤੇ। ਦੇਖੋ ਆਹ ਖਿੜਕੀ ਰੱਖੀ ਹੋਈ ਆ ਕਮਰੇ ਦੀ, ਇੱਥੋਂ ਬਾਹਰ ਦਾ ਵਿਊ ਬਹੁਤ ਸੋਹਣਾ ਆਉਂਦਾ। ਹੁਣ ਆਪਾਂ ਬਾਹਰ ਵੱਲ ਚੱਲਦੇ ਹਾਂ ਕਿਲੇ ਦੇ। ਆਪਾਂ ਤਕਰੀਬਨ ਸਾਰਾ ਕਿਲਾ ਘੁੰਮ ਲਿਆ, ਐਗਜ਼ਿਟ ਕਰਾਂਗੇ ਹੁਣ ਕਿਲੇ ਤੋਂ ਆਪਾਂ। ਆ ਬਣਿਆ ਹੋਇਆ ਇੱਧਰੋਂ ਨੀਚੋਂ ਦੀ ਰਾਸਤਾ। ਆਪਾਂ ਕਿਲਾ ਦੇਖ ਕੇ ਆ ਗਏ ਬਾਹਰ, ਹੁਣ ਬਾਹਰ ਨੂੰ ਚੱਲ ਰਹੇ ਹਾਂ, ਐਗਜ਼ਿਟ ਕਰ ਰਹੇ ਹਾਂ ਕਿਲੇ ਤੋਂ। ਥੱਕ ਗਏ ਬਹੁਤ, ਕਾਫੀ ਵੱਡਾ ਕਿਲਾ ਸੀ ਘੁੰਮਣ ਨੂੰ, ਗਰਮੀ ਵੀ ਕਾਫੀ ਹੋ ਗਈ, ਦਿਨ 'ਚ ਇੱਥੇ ਗਰਮੀ ਹੋ ਜਾਂਦੀ ਆ। ਸਭ ਤੋਂ ਇੱਥੇ ਘੁੰਮਣ ਦਾ ਬੈਸਟ ਟਾਈਮ ਹੈਗਾ ਫਰਵਰੀ ਤੱਕ ਮੇਰੇ ਹਿਸਾਬ ਨਾਲ, ਕਿਉਂਕਿ ਹੁਣ ਮਾਰਚ ਚੱਲ ਪਿਆ, ਮੌਸਮ ਗਰਮ ਹੋ ਗਿਆ। ਮੈਂ ਤਾਂ ਫਰਵਰੀ ਸੁਜੈਸਟ ਕਰੂੰਗਾ, ਜਦੋਂ ਠੰਡ ਸ਼ੁਰੂ ਹੁੰਦੀ ਆ, ਠੰਡ ਸ਼ੁਰੂ ਹੋਣ ਤੋਂ ਲੈ ਕੇ ਠੰਡ ਖਤਮ ਹੋਣ ਤੱਕ, ਉਦੋਂ ਤੁਸੀਂ ਇੱਥੇ ਆਓ ਤਾਂ ਵਧੀਆ ਰਹੂ ਐਕਸਪੀਰੀਅੰਸ ਘੁੰਮਣ ਦਾ। ਨਹੀਂ ਤਾਂ ਫਿਰ ਜੀਭ ਨਿਕਲਣ ਵਾਲਾ ਕੰਮ। ਤੇ ਮੈਂ ਇੱਕ ਬਸ ਘੁੰਮ ਰਿਹਾ, ਪਰ ਗਰਮੀ ਕਾਫੀ ਆ, ਕਿਉਂਕਿ ਨਾਲ ਨਾਲ ਬਲੌਗ ਬਣਾਉਣਾ ਪੈਂਦਾ, ਬੋਲਣ ਦਾ ਜ਼ੋਰ ਲੱਗਦਾ, ਕਪੈਸਿਟੀ ਘਟਦੀ ਹੈ। ਜਿਵੇਂ ਹੁਣ ਜੇ ਇਕੱਲਾ ਘੁੰਮਣਾ, ਚੁੱਪ ਕਰਕੇ ਦੇਖਣੀ ਆ, ਫਿਰ ਹੋਰ ਗੱਲ ਹੁੰਦੀ ਆ। ਬਾਕੀ ਆ ਗਏ ਬਾਹਰ ਆਪਾਂ, ਇੱਥੇ ਸ਼ਾਪਸ ਵਗੈਰਾ ਹੈਗੀਆਂ ਨੇ ਕਿਲੇ ਦੇ ਕੋਲ, ਇੱਥੋਂ ਤੁਸੀਂ ਆਪਦਾ ਕੁਛ ਖਰੀਦ ਵੀ ਸਕਦੇ ਹੋ, ਲੈ ਸਕਦੇ ਹੋ, ਬਾਏ ਕਰ ਸਕਦੇ ਹੋ। ਲੰਘ ਜਾ ਭਾਈ ਲੰਘ ਜਾ, ਹਾਰਨ ਮਾਰੀ ਜਾਂਦਾ ਗੱਡੀ ਵਾਲਾ। ਤੇ ਹੁਣ ਚੱਲਦੇ ਹਾਂ ਅੱਗੇ ਨੂੰ, ਜੈਗੜ੍ਹ ਫੋਰਟ ਦਿਖਾਉਂਦੇ ਆ ਜਾ ਕੇ ਤੁਹਾਨੂੰ। ਆਪਾਂ ਪਹੁੰਚ ਗਏ ਜੈਗੜ੍ਹ ਫੋਰਟ,
ਤੇ ਬਾਈ ਉਹਨਾਂ ਨੇ ਗੱਡੀ ਇੱਧਰ ਪਾਰਕਿੰਗ 'ਚ ਲਾਤੀ, ਪਾਰਕ ਕਰਤੀ ਗੱਡੀ। ਇੱਧਰ ਹੈਗਾ ਪਿੱਛੇ ਜੈਗੜ ਫੋਰਟ। ਇਸ ਕਿਲੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਤੋਪ ਪਈ ਹੈ, ਉਹ ਇਸ ਦੇ ਬਿਲਕੁਲ ਉੱਪਰ ਆ ਛੱਤ ਤੇ, ਜਿਹੜੀ ਟੌਪ ਵਾਲੀ ਛੱਤ ਆ ਉਹ ਦਿਖਾਵਾਂਗੇ ਤੋਪ ਤੁਹਾਨੂੰ, ਸਭ ਤੋਂ ਵੱਡੀ ਤੋਪ। ਤੇ ਬਹੁਤ ਇਕੱਠ ਹੈ ਇੱਥੇ ਵੀ, ਟੂਰਿਸਟ ਆਏ ਹੋਏ ਨੇ ਬਹੁਤ। ਤੇ ਅੰਦਰ ਚੱਲਦੇ ਹਾਂ, ਕਰਦੇ ਹਾਂ ਐਂਟਰੀ। ਟਿਕਟ ਵਗੈਰਾ ਪਹਿਲਾਂ ਪਤਾ ਕਰਦੇ ਹਾਂ ਕਿੰਨੀ ਟਿਕਟ ਹੈ ਜਾ ਕੇ। ਬਾਈ ਹੁਣੀ ਆਪਦਾ ਸਮਾਨ ਸਮੂਨ ਰੱਖ ਰਹੇ ਨੇ ਗੱਡੀ 'ਚ, ਤਿਆਰੀ ਕਰ ਰਹੇ ਨੇ ਅੰਦਰ ਜਾਣ ਦੀ। ਚੱਲਦੇ ਹਾਂ ਅੰਦਰ। ਇਹ ਹੈ ਜੈਗੜ ਫੋਰਟ, ਜੈਗੜ ਕਿਲਾ। ਕਰਦੇ ਹਾਂ ਕਿਲੇ 'ਚ ਆਪਾਂ ਐਂਟਰੀ। ਟਿਕਟ ਕਟਵਾ ਲਈ, ਆਪਣੀ ਟਿਕਟ ਲੱਗੀ ਹੈ 75 ਰੁਪਏ, ਸਟੂਡੈਂਟਾਂ ਦੀ 75, ਬਾਕੀਆਂ ਦੀ ਲੱਗਦੀ ਹੈ 150 ਜਿਹੜੇ ਆਮ ਨੇ। ਜੇ ਸਟੂਡੈਂਟ ਆ ਕੋਈ ਤਾਂ ਆਪਦਾ ਸਟੂਡੈਂਟ ID ਕਾਰਡ ਤੁਸੀਂ ਨਾਲ ਰੱਖਿਓ। ਕਾਫੀ ਗੇਟ ਬਣੇ ਹੋਏ ਨੇ ਇਸ ਕਿਲੇ ਦੇ। गाइड भी रखोगे कि खोलते? ਆ ਦੇਖੋ ਗੇਟ ਪੁਰਾਣੇ, ਵੱਡੇ ਵੱਡੇ ਗੇਟ ਨੇ ਸੇਫਟੀ ਵਾਸਤੇ। ਅੱਗੇ ਜਿਹੜੇ ਰਾਜੇ ਮਹਾਰਾਜੇ ਸੀ, ਵੱਡੇ ਵੱਡੇ ਗੇਟ, ਹੈਵੀ ਗੇਟ ਤਾਂ ਲਾਉਂਦੇ ਹੁੰਦੇ ਸੀਗੇ ਕਿ ਉਹ ਸੇਫਟੀ ਰੱਖ ਸਕਣ। ਸਾਹਮਣੇ ਆ ਗਈ ਜੈਗੜ ਕਿਲੇ ਦੀ ਇਮਾਰਤ। ਇਹ ਹੈਗਾ ਜੈਗੜ ਫੋਰਟ। ਇੱਥੋਂ ਦੀ ਪੌੜੀਆਂ ਚੜ੍ਹ ਕੇ ਰਾਸਤਾ ਜਾਂਦਾ ਉਹ ਤੋਪ ਨੂੰ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਆ। ਤੇ ਆ ਸਾਰਾ ਕਿਲਾ ਆ ਗਿਆ। ਕਿਲੇ ਦੀ ਇਹ 4 ਦੀਵਾਰੀ ਆ ਜੈਗੜ ਫੋਰਟ ਦੀ। ਦੇਖੋ ਇੱਥੋਂ ਦੂਰ ਦੂਰ ਤੱਕ ਕਿਵੇਂ ਪਹਾੜੇ ਪਹਾੜ ਨੇ। ਆਹ ਰਸਤਾ ਜਾਂਦਾ ਜਿੱਥੇ ਪਈ ਆ ਤੋਪ, ਉੱਥੇ ਪਹੁੰਚਣਾ ਆਪਾਂ ਚੱਲ ਕੇ ਉਧਰ ਸਾਹਮਣੇ। ਆਹ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਤੋਪ ਨੂੰ ਦੇਖਣ ਲਈ ਕਿੰਨੇ ਲੋਕ ਆਏ ਹੋਏ ਨੇ। ਰਸ਼ ਬਹੁਤ ਹੋਇਆ ਪਿਆ। ਜਿਉਂ-ਜਿਉਂ ਦਿਨ ਚੜ੍ਹਦਾ, ਦੁਪਹਿਰਾ ਹੁੰਦਾ, ਉਵੇਂ ਟੂਰਿਸਟ ਇਹ ਇੱਥੇ ਘੁੰਮਣ ਵਾਲੀ ਜਗ੍ਹਾ 'ਤੇ ਜ਼ਿਆਦਾ ਆ ਜਾਂਦੇ ਨੇ। ਤਾਂ ਜੇ ਤੁਸੀਂ ਵੀ ਆਓ ਤਾਂ ਆਪਦਾ ਸਵੇਰੇ ਟਾਈਮ ਨਾਲ ਸ਼ੁਰੂ ਕਰੋ, ਸਵੇਰੇ ਜਲਦੀ ਉੱਠ ਕੇ, ਤਾਂ ਕਿ ਸੌਖੇ ਤਰੀਕੇ ਨਾਲ ਐਕਸਪਲੋਰ ਕਰ ਸਕੋ। ਪਹੁੰਚ ਗਏ, ਆ ਗਏ ਆਪਾਂ ਕਿਲੇ ਦੇ ਬਿਲਕੁਲ ਉੱਪਰ। ਉਧਰ ਸਾਹਮਣੇ ਰੱਖੀ ਹੋਈ ਆ ਉਹ ਤੋਪ। ਆਹ ਦੁਨੀਆ ਦੀ ਸਭ ਤੋਂ ਬੜੀ ਤੋਪ, ਜਿਹੜੀ ਆਪਾਂ ਤੋਪ ਦੀ ਗੱਲ ਕਰ ਰਹੇ ਸੀ, ਇਹ ਕਿਲੇ ਦੇ ਬਿਲਕੁਲ ਉੱਪਰ ਰੱਖੀ ਹੋਈ ਆ। ਦੇਖੋ ਕਿੱਡੀ ਵੱਡੀ ਤੋਪ ਆ ਇਹ। ਮੈਂ ਹੀ ਸੋਚੀ ਜਾਂਦਾ ਵੀ ਇਹ ਚੜ੍ਹਾਈ ਕਿਵੇਂ ਹੋਣੀ ਉੱਪਰ ਇਹਨਾਂ ਨੇ ਕਿਲੇ ਦੇ। ਆਹ ਹੈ ਤੋਪ ਦਾ ਫਰੰਟ ਸਾਈਡ। ਦੇਖੋ ਕਿੱਡੇ ਕਿੱਡੇ ਟਾਇਰ ਨੇ ਇਹਦੇ ਤੋਪ ਦੇ। ਆਹ ਫਰੰਟ ਸਾਈਡ ਆ, ਪਿੱਛੋਂ ਦੀ ਗੋਲੇ ਪਾ ਕੇ ਇੱਥੋਂ ਦੀ ਗੋਲੇ ਨਿਕਲਦੇ ਨੇ। ਇੱਥੋਂ ਕਿਲੇ ਦੀ 4 ਦੀਵਾਰੀ ਕੋਲ ਖੜ ਕੇ ਸਾਰਾ ਵਿਊ ਦਿਖਦਾ ਦੂਰ ਦੂਰ ਤੱਕ। ਸਾਹਮਣੇ ਦਿਖਦਾ ਇੱਥੋਂ ਜਲ ਮਹਿਲ। ਜਲ ਮਹਿਲ ਉਹ ਜਿੱਥੇ ਪਾਣੀ ਛੱਡਿਆ ਹੋਇਆ ਉਹਦੇ ਵਿਚਕਾਰ ਜਲ ਮਹਿਲ ਬਣਿਆ ਹੋਇਆ। ਆ ਕਿ ਹੈਗੀ ਕਿਲੇ ਦੀ ਇਹ 4 ਦੀਵਾਰੀ। ਕਾਫੀ ਚੌੜੀ ਇਹ ਕੰਧ ਬਣਾਈ ਹੋਈ ਆ, ਬਹੁਤ ਮਜ਼ਬੂਤ ਕੰਧ ਆ। ਦੇਖੋ ਇੱਥੋਂ ਲੈ ਕੇ ਇੱਥੇ ਤੱਕ ਦੀ ਚੜਾਈ ਆ। ਬਹੁਤ ਸੋਹਣਾ ਵਿਊ ਆ, ਫੋਟੋਆਂ ਕਰਨ ਨੂੰ ਬਹੁਤ ਸੋਹਣਾ ਵਿਊ ਆਉਂਦਾ ਇੱਥੋਂ।
ਦੇਖੋ ਇੱਥੋਂ ਇਸ ਤਰ੍ਹਾਂ ਦਾ ਵਿਊ ਦਿਖਦਾ ਹੈ ਸਾਰੇ ਕਿਲੇ ਦਾ। ਹੁਣ ਆਪਾਂ ਬਿਲਕੁਲ ਉੱਪਰ ਖੜੇ ਹਾਂ ਟੌਪ ਤੇ, ਜਿੱਥੇ ਆਪਾਂ ਤੋਪ ਦੇਖੀ ਸੀ। ਇਹ ਇਹਨਾਂ ਨੇ ਬਣਾਏ ਹੋਏ ਨੇ ਇੱਥੇ ਖੜਨ ਨੂੰ ਪ੍ਰੋਟੈਕਸ਼ਨ ਵਾਸਤੇ, ਕਿ ਜਿਵੇਂ ਇੱਥੋਂ ਦੀ ਸਪਾਈ ਹੀ ਦੇਖ ਸਕਣ। ਤੇ ਆ ਦੇਖੋ ਇੱਥੋਂ ਆਹ ਸਾਰੀ ਸਾਹਮਣੇ ਵਾਲੀ ਰੋਡ ਦਿਖਦੀ ਹੈ, ਦੂਰ ਦੂਰ ਤੱਕ ਪਹਾੜ। ਉਹ ਸਮਿਆਂ 'ਚ ਇੱਥੋਂ ਦੀ ਸਿਪਾਹੀ ਖੜ੍ਹਦੇ ਹੋਣਗੇ, ਤੇ ਆਹ ਮੋਰਚੇ ਬਣਾਉਣ ਨੂੰ, ਬੰਦੂਕ ਰੱਖ ਕੇ ਚਲਾਉਣ ਨੂੰ ਬਣਾਏ ਹੋਏ ਨੇ, ਕਿ ਇੱਥੋਂ ਦੀ ਬੰਦੂਕ ਰੱਖ ਕੇ ਕੋਈ ਹਮਲਾ ਹੋਵੇ, ਲੜਾਈ ਹੋਵੇ, ਆਪਦੀ ਸੇਫਟੀ ਕੀਤੀ ਜਾ ਸਕੇ। ਸਾਰੀ ਇਹਨਾਂ ਨੇ ਇਸ ਤਰ੍ਹਾਂ ਬਣਾਏ ਹੋਏ ਨੇ। ਤੋਪ ਦੇਖ ਕੇ ਆਪਾਂ ਆ ਗਏ। ਹੁਣ ਆ ਗਏ ਆਪਾਂ ਦੂਸਰੇ ਪਾਸੇ। ਇੱਥੇ ਇੱਕ ਮਿਊਜ਼ੀਅਮ ਤਰ੍ਹਾਂ ਦੀ ਬਣਿਆ ਹੋਇਆ। ਇੱਧਰ ਆ ਮੈਂ ਨਾ ਬਾਈ, ਹਾਂ ਬਣਿਆ ਹੋਇਆ ਇੱਥੇ ਅਰਮੋਰੀ। ਇੱਥੇ ਦੇਖਦੇ ਹਾਂ ਕੀ ਹੈਗਾ ਅੰਦਰ, ਕੀ ਦੇਖਣ ਨੂੰ। ਮਿਊਜ਼ੀਅਮ ਦੇ ਅੰਦਰ ਆ ਗਏ ਆਪਾਂ। ਇੱਥੇ ਕੁਛ ਹਥਿਆਰ ਪਏ ਨੇ ਰਾਜਿਆਂ ਦੇ। ਆ ਦੇਖੋ ਤੀਰ ਪਏ ਨੇ, ਤੀਰ ਕਮਾਨ ਪਏ ਨੇ। ਆ ਜਿਹੜੀ ਸਾਹਮਣੇ ਦੇਖ ਰਹੇ ਹੋ ਇਹ ਡਰੈਸ ਹੈ ਪ੍ਰੋਟੈਕਸ਼ਨ ਵਾਸਤੇ, ਜਿਵੇਂ ਜੰਗ 'ਚ ਪਾਉਂਦੇ ਹੁੰਦੇ ਸੀ। ਲੋਹੇ ਦੀ ਬਣੀ ਹੋਈ ਹੈ ਇਹ, ਕੀ ਤਾਂ ਕਿ ਕੋਈ ਤੀਰ ਵਗੈਰਾ ਨਾ ਲੱਗੇ। ਦੇਖੋ ਉਹ ਉੱਪਰੋਂ ਸਿਰ ਤੇ ਪਾਉਣ ਨੂੰ, ਆ ਸਾਰਾ ਗਲੇ ਦੀ ਪ੍ਰੋਟੈਕਸ਼ਨ ਵਾਸਤੇ। ਆ ਫੇਰ ਹਥਿਆਰ ਆ ਗਏ ਇੱਧਰ ਸਾਰੇ। ਆ ਨੀਚੇ ਪਈ ਆ ਜਿਹੜੀ ਇਹ ਤੋਪ ਆ, ਤੇ ਉੱਪਰ ਆ ਸਾਰੇ ਹਥਿਆਰ ਨੇ। ਆ ਪਈਆਂ ਨੇ ਵੱਡੀਆਂ ਵੱਡੀਆਂ ਬੰਦੂਕਾਂ ਰਾਜਿਆਂ ਦੀਆਂ ਪੁਰਾਣੀਆਂ। ਹਾਂ ਇੱਥੇ ਤਲਵਾਰਾਂ ਰੱਖੀਆਂ ਹੋਈਆਂ ਨੇ ਪੁਰਾਣੀਆਂ। ਇਹ ਆਪਦੇ ਉਹ ਯੁੱਧ ਦੇ ਸਮੇਂ ਵਰਤਦੇ ਸੀਗੇ, ਉਹ ਸਮੇਂ ਦੇ ਰਾਜੇ। ਇੱਥੇ ਜੈਪੁਰ ਦੇ ਰਾਜੇ ਸੀਗੇ ਜਿਹੜੇ। ਇੱਥੇ ਲਿਖ ਕੇ ਵੀ ਦੱਸਿਆ ਹੋਇਆ 1803 ਦੀ ਇਹ ਗੱਲ ਹੈ। ਉਹ ਸਮੇਂ ਦੇ ਹਥਿਆਰ ਨੇ ਇਹ। ਆ ਦੇਖੋ ਕਿਸ ਤਰ੍ਹਾਂ ਦੇ ਹਥਿਆਰ ਨੇ। ਹੁਣ ਇਹਨਾਂ ਦੇ ਆਪਾਂ ਨੂੰ ਨਾਮ ਤਾਂ ਪਤਾ ਨਹੀਂ ਹੈਗਾ, ਉਹ ਸਮਿਆਂ 'ਚ ਇਹ ਵਰਤੇ ਜਾਂਦੇ ਹੋਣਗੇ। ਆ ਤੋਪ ਦੇ ਗੋਲੇ ਉੱਪਰ ਤੀਰ ਲੱਗੇ ਹੋਏ ਨੇ, ਥੱਲੇ ਆ ਤੋਪ ਦੇ ਗੋਲੇ ਪਏ ਨੇ, ਕੈਨਨ ਬਾਲਸ।